ਤੇ ਦੂਸਰੇ ਤਰ੍ਹਾਂ ਹਿੰਦੂ ਆਫਤਾ ਜੋ ਆਪਾਂ ਕਹਿੰਦੇ ਹਾਂ ਐਕਸਟ੍ਰੀਮ ਹਿੰਦੂ ਰਾਈਟ ਤੌਰ ਤੇ they were both targeting me. So ਰਲ ਕੇ ਕਰ ਰਹੇ ਸੀਗੇ ਇਸ ਲੋਡ ਦਿਖਾ ਰਹੇ ਸੀ ਕਿ she's ਖਾਲਿਸਤਾਨ ਹੈ ਨਾ ਖਾਲਿਸਤਾਨ ਬਲੀਵਰ ਖਾਲਿਸਤਾਨੀ ਹੈ। ਤੁਹਾਡੀ ਮੈਂ ਗੱਲ ਕਰਨਾ ਸ਼ੁਰੂ ਕਰਾਂਗਾ ਕਿ ਤੁਸੀਂ ਪੋਲਿਟਿਕਸ ਵਿੱਚ ਆਏ, ਤੁਸੀਂ ਕੰਜ਼ਰਵੇਟਿਵ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਸੀ, ਲੇਕਿਨ ਤੁਹਾਡੇ ਉੱਤੇ ਸਟੈਂਪ ਲਾ ਦਿੱਤੀ ਗਈ ਕਿ ਤੁਸੀਂ ਇੱਕ ਪਾਰਟਿਕੂਲਰ ਖਾਲਿਸਤਾਨੀ ਆਈਡੀਓਲੋਜੀ ਨਾਲ ਜੁੜੇ ਹੋਏ ਹੋ ਤੇ ਤੁਹਾਨੂੰ ਉਸ ਕਰਕੇ ਵਿਡਰਾ ਵੀ ਕਰਨਾ ਪਿਆ, ਤੁਹਾਨੂੰ ਇੱਥੋਂ ਤੱਕ ਕਿ ਡੈਥ ਥ੍ਰੈਟਸ ਵੀ ਆਈਆਂ। ਕੀ ਹੋ ਰਿਹਾ ਕਿ ਹਰੇਕ ਗੱਲ ਨੂੰ ਲੈ ਕੇ ਜਿਹੜੀ ਆਪਣੀ ਫੋਰਨ ਇੰਟਰਫੀਅਰੈਂਸ ਹੋ ਰਹੀ ਆ ਉਸ ਦੇ ਮੁਤਾਬਕ ਚੱਲ ਰਿਹਾ ਕੰਮ। ਸੋ ਜਿਹੜੇ ਤਾਂ ਹੈਗੇ ਆ ਖਾਲਿਸਤਾਨ ਬਲੀਵਰਸ ਉਹਨਾਂ ਨੇ ਤੁਹਾਨੂੰ ਲੇਬਲ ਕਈ ਇੰਡੀਅਨ ਏਜੰਟ ਲਾ ਦਿੰਦੇ ਆ। ਰਾਈਟ। ਜਿਹੜੇ ਇੰਡੀਅਨ ਏਜੰਟ ਹੈਗੇ ਨੇ ਉਹ ਤੁਹਾਨੂੰ ਖਾਲਿਸਤਾਨ ਬਣਾ ਦਿੰਦੇ ਆ। ਹੁਣ ਇਹ ਕੌਣ ਕਰ ਰਿਹਾ, ਕਿੱਥੋਂ ਕਰ ਰਿਹਾ, ਪਿੱਛੋਂ ਜਿੱਥੋਂ ਵੀ ਹੋ ਰਿਹਾ ਉਹ ਬੰਦੇ ਤਾਂ ਅੱਗੇ ਨਹੀਂ ਆ ਰਹੇ। ਰਾਈਟ। ਹੁਣ ਜਿਹੜੇ ਤਾਂ ਖਾਲਿਸਤਾਨ ਦੇ ਫੇਵਰ ਵਿੱਚ ਹੈਗੇ ਨੇ because they have their own sort of ideology behind it. It's because of maybe trauma they've been through or they see ਕਿ ਸਾਡੇ ਨਾਲ ਕਹਿ ਲਓ ਵੀ ਇੱਕ ਤਰ੍ਹਾਂ ਦੀ suppression ਹੁੰਦੀ ਰਹੀ ਆ and ਜੋ ਆਪਣੇ ਪਿਛਲਾ ਪੰਜਾਬ ਹੁੰਦਾ ਸੀ ਅਸੀਂ ਉਸ ਲੋਟ ਮੰਗਦੇ ਆ ਜੀ। between ਜੋ partition ਹੋਇਆ ਇੰਡੀਆ ਤੇ ਉਹ ਪਾਕਿਸਤਾਨ ਦਾ। ਹੁਣ ਜੇ if we compare it to Canada, Quebec is similar. Quebec has always been a province that has wanted separatism. Indian agent ਵੱਲੋਂ ਜੇ ਆਪਾਂ ਲਾਈਏ ਕਿ ਦੋਸ਼ ਇਹ ਲੱਗਦੇ ਹੈਗੇ ਨੇ ਕਿ ਜੋ ਇੰਡੀਅਨ ਏਜੰਟ ਹੈਗੇ ਨੇ they are assassinating or they are high level playing these kind of games. ਉਹ ਵੀ dangerous ਹੈ ਜਿਹੜੇ trolling ਕਰ ਰਹੇ ਆ ਤੁਹਾਨੂੰ ਉਹ ਇੱਕ ਤਰ੍ਹਾਂ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ। They try to instill fear in you, ਹੈ ਨਾ, ਜਾਂ ਫਿਰ ਗਲਤ ਫਲਤ ਤੁਹਾਨੂੰ ਬੋਲਦੇ ਹੈਗੇ ਨੇ and your reputation tends to go down because of it. ਹੁਣ ਜਿਸ ਤਰ੍ਹਾਂ ਆਪਾਂ ਦੇਖੀਏ ਕਿ Jazzy B, he's worldwide global award winner, ਰਾਈਟ। ਤੇ ਉਸ ਨੂੰ ਕਿਸ ਤਰ੍ਹਾਂ ਥੱਲੇ ਲਾ ਰਹੇ ਨੇ। ਦਾ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਅੱਜ ਦਾ ਵਿਸ਼ਾ ਬਹੁਤ ਹੀ ਇੰਟਰਸਟਿੰਗ ਹੈ ਕਿਉਂਕਿ ਕੈਨੇਡਾ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਇਸ ਦੇ ਵਿੱਚ ਇੱਕ ਨਵੇਂ ਕਿਸਮ ਦੀ ਸੋਚ ਜੋ ਹੈ ਉਜਾਗਰ ਹੋ ਰਹੀ ਹੈ ਤੇ ਲੋਕਾਂ ਦੇ ਉੱਤੇ ਸਟੈਂਪਸ ਬੜੀ ਛੇਤੀ ਲੱਗ ਰਹੀਆਂ ਨੇ। ਮਿਸਾਲ ਦੇ ਤੌਰ ਤੇ ਤੁਸੀਂ ਹਿਊਮੈਨਿਟੇਰੀਅਨ ਹੋ, ਤੁਸੀਂ ਕੋਈ ਕੰਮ ਕਰਦੇ ਹੋ ਤਾਂ ਤੁਹਾਡੇ ਉੱਤੇ ਕਈ ਵਾਰੀ ਸਟੈਂਪ ਲੱਗ ਜਾਂਦੀ ਜੀ ਤੁਸੀਂ ਤਾਂ ਇੱਕ ਐਕਸਟ੍ਰੀਮ ਆਈਡੀਓਲੋਜੀ ਨੂੰ ਸਪੋਰਟ ਕਰਦੇ ਹੋ ਜਾਂ ਫਿਰ ਤੁਸੀਂ ਕੋਈ ਐਸੀ ਗੱਲ ਕਰਦੇ ਹੋ ਜਿਹੜੀ ਕਿ ਦੂਸਰੇ ਪੱਖ ਨੂੰ ਨਹੀਂ ਚੰਗੀ ਲੱਗਦੀ ਤੇ ਤੁਹਾਡੇ ਉੱਤੇ ਸਟੈਂਪ ਲਾ ਦਿੱਤੀ ਜਾਂਦੀ ਜੀ ਤੁਸੀਂ ਤਾਂ ਭਾਰਤੀ ਏਜੰਸੀਆਂ ਦੀ ਗੱਲਾਂ ਕਰ ਰਹੇ ਹੈਗੇ ਹੋ। ਇੱਕ ਆਮ ਵਿਅਕਤੀ ਜਿਹੜਾ ਹੈ ਉਹ ਇਸ ਦੇ ਵਿੱਚ ਪਿਸਦਾ ਜਾ ਰਿਹਾ ਹੈ। ਇਸੇ ਸੰਬੰਧ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਤੇ ਮੇਰਾ ਸਾਥ ਦੇਣਗੇ ਦੁਪਿੰਦਰ ਸਰਾਂ ਜੀ ਜਿਹੜੇ ਕਿ ਪੇਸ਼ੇ ਵਜੋਂ ਨਰਸ ਹੈਗੇ ਨੇ ਪਰ ਇਹਨੇ ਸਿਆਸਤ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੇ ਉੱਤੇ ਵੀ ਸਟੈਂਪਸ ਲਾ ਦਿੱਤੀਆਂ ਗਈਆਂ ਕਿ ਇੱਕ ਪਾਰਟਿਕੂਲਰ ਆਈਡੀਓਲੋਜੀ ਨੂੰ ਸਪੋਰਟ ਕਰਦੇ ਨੇ ਜਦ ਕਿ ਐਜ਼ ਅ ਕੈਨੇਡੀਅਨ ਐਜ਼ ਅ ਹਿਊਮੈਨਿਸਟ ਐਜ਼ ਅ ਪਰਸਨ ਜਿਹੜੇ ਕਿ ਨੇਕ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਇਹਨਾਂ ਨੂੰ ਉਸਨੂੰ ਸਫਰ ਕਰਨਾ ਪਿਆ। ਸੋ ਕੀ ਕੁਝ ਚੱਲ ਰਿਹਾ ਤੇ ਕਿਸ ਤਰੀਕੇ ਨਾਲ ਇਹ ਮਾਨਸਿਕਤਾ ਜਿਹੜੀ ਹੈ ਕਿ ਇੱਕ ਜੱਜ ਤਾਂ ਤੁਹਾਨੂੰ ਸ਼ਾਇਦ ਬਰੀ ਕਰ ਦੇਗਾ ਪਰ ਲੋਕ ਕਿਸ ਤਰੀਕੇ ਨਾਲ ਟ੍ਰੋਲਿੰਗ ਕਰਕੇ ਤੁਹਾਡੇ ਉੱਤੇ ਸਟੈਂਪਸ ਲਾ ਰਹੇ ਨੇ ਤੇ ਇਸ ਦਾ ਕੀ ਸਾਈਕੋਲੋਜੀਕਲ ਇੰਪੈਕਟ ਪੈ ਰਿਹਾ ਤੁਹਾਡਾ ਕਿਸ ਤਰੀਕੇ ਨਾਲ ਤੁਹਾਡੇ ਉੱਤੇ ਅਸਰ ਪੈ ਰਿਹਾ ਹੈ ਇਸ ਬਾਰੇ ਅੱਜ ਅਸੀਂ ਚਰਚਾ ਕਰਾਂਗੇ। ਸਵਾਗਤ ਕਰਦੇ ਹਾਂ ਦੁਪਿੰਦਰ ਸਰਾਂ ਦਾ। ਦੁਪਿੰਦਰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੈਂਕ ਯੂ ਫॉर ਹੈਵਿੰਗ ਮੀ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੈ ਜੀ, ਥੈਂਕ ਯੂ। ਇਹ ਸਮੱਸਿਆ ਬੜੀ ਗੰਭੀਰ ਰੂਪ ਅਖਤਿਆਰ ਕਰਦੀ ਜਾ ਰਹੀ। ਕੈਨੇਡਾ ਉਹ ਕੰਟਰੀ ਜਿੱਥੇ ਆ ਕੇ ਫਰੀडम ਸੀ ਹਰ ਕਿਸੇ ਨੂੰ ਐਂਡ ਹੈ ਅਜੇ ਵੀ ਹੈਗੀ, ਤੁਸੀਂ ਬੋਲ ਸਕਦੇ ਹੋ, ਲਿਖ ਸਕਦੇ ਹੋ, ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪਰ ਅੱਜ ਤੁਹਾਨੂੰ ਸੈਗਰੀਗੇਟ ਕੀਤਾ ਜਾ ਰਿਹਾ ਹੈ। ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਜੇਕਰ ਉਹ ਕਿਸੇ ਹੋਰ ਵਿਅਕਤੀ ਦੀ ਸੋਚ ਨਾਲ ਅਲਾਈਨ ਨਹੀਂ ਕਰਦਾ ਤਾਂ ਤੁਹਾਡੇ ਉੱਤੇ ਸਿੱਧੀ ਸਟੈਂਪ ਲੱਗ ਜਾਂਦੀ ਹੈ। ਮਿਸਾਲ ਦੇ ਤੌਰ ਤੇ ਤੁਹਾਡੀ ਮੈਂ ਗੱਲ ਕਰਨਾ ਸ਼ੁਰੂ ਕਰਾਂਗਾ ਕਿ ਤੁਸੀਂ ਪੋਲਿਟਿਕਸ ਵਿੱਚ ਆਏ, ਤੁਸੀਂ ਕੰਜ਼ਰਵੇਟਿਵ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਲੇਕਿਨ ਤੁਹਾਡੇ ਉੱਤੇ ਸਟੈਂਪ ਲਾ ਦਿੱਤੀ ਗਈ ਕਿ ਤੁਸੀਂ ਇੱਕ ਪਾਰਟਿਕੂਲਰ ਖਾਲਿਸਤਾਨੀ ਆਈਡੀਓਲੋਜੀ ਨਾਲ ਜੁੜੇ ਹੋਏ ਹੋ ਤੇ ਤੁਹਾਨੂੰ ਉਸ ਕਰਕੇ ਵਿਡਰਾ ਵੀ ਕਰਨਾ ਪਿਆ, ਤੁਹਾਨੂੰ ਇੱਥੋਂ ਤੱਕ ਕਿ ਡੈਥ ਥ੍ਰੈਟਸ ਵੀ ਆਈਆਂ। ਹਾਲ ਹੀ ਵਿੱਚ ਅਸੀਂ ਦੇਖਿਆ ਡਾਕਟਰ ਗੁਲਜ਼ਾਰ ਚੀਮਾ ਉਹਨਾਂ ਨੂੰ ਐਂਬੈਸਡਰ ਆਸਟ੍ਰੇਲੀਆ ਦਾ ਲੱਗਣਾ ਸੀ ਤੇ ਸੀਸਸ ਨੇ ਤੇ ਹੋਰ ਕਈ ਚੀਜ਼ਾਂ ਬਾਹਰ ਆਈਆਂ ਕਿ ਜੀ ਉਹਨਾਂ ਨੂੰ ਇਸ ਕਰਕੇ ਨਹੀਂ ਬਣਾਇਆ ਗਿਆ ਕਿਉਂਕਿ ਉਹਨਾਂ ਦੀ ਅਲਾਈਨਮੈਂਟ ਜਿਹੜੀ ਉਹ ਭਾਰਤ ਸਰਕਾਰ ਨਾਲ ਹੈਗੀ ਸੀ। ਇਸੇ ਤਰੀਕੇ ਨਾਲ ਅਸੀਂ ਫੋਰਨ ਇੰਟਰਫੇਰੈਂਸ ਦੀ ਗੱਲ ਕਰ ਰਹੇ ਸੀ, ਬਹੁਤ ਸਾਰਾ ਦੇਖਿਆ ਸਮੇਂ ਦੇ ਦੌਰਾਨ ਕਿ ਕੀ ਕੁਝ ਚੱਲ ਰਿਹਾ ਹੈ। ਸੋ ਐਜ਼ ਅ ਕੈਨੇਡੀਅਨ ਤੁਸੀਂ ਕੀ ਮਹਿਸੂਸ ਕਰਦੇ ਹੋ, ਕੀ ਚੱਲ ਕੀ ਰਿਹਾ ਆਪਣੀ ਕਮਿਊਨਿਟੀ ਦੇ ਵਿੱਚ? Well, just look ਤੁਸੀਂ ਕਿਹਾ ਕਿ Canada used to be a very democratic country. ਇੱਥੇ ਤੁਸੀਂ freely ਬੋਲ ਸਕਦੇ ਸੀਗੇ ਹਨਾ and ਕੋਈ judgment ਨਹੀਂ ਸੀ ਵੀ ਜੇ ਤੁਸੀਂ ਇਹ ਖਿਆਲ ਰੱਖਦੇ ਹੋ then that's your opinion. ਜੀ। ਪਰ ਅੱਜ ਕੱਲ ਕੀ ਹੋ ਰਿਹਾ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਤਰ੍ਹਾਂ ਦੀ ਸਟੈਂਪ ਲੱਗ ਜਾਂਦੀ ਆ। ਤੁਸੀਂ ਕੋਈ ਵੀ ਹਿਊਮੈਨਿਟੇਰੀਅਨ ਬੇਸ ਤੇ ਹੁਣ ਐਜ਼ ਅ ਨਰਸ
I'm humanitarian, ਹੈ ਨਾ? ਐਂਡ ਅਸੀਂ ਇਹ ਨਹੀਂ ਦੇਖਦੇ ਤੁਹਾਡਾ ਰੰਗ ਕੀ ਆ, ਤੁਹਾਡਾ ਖੂਨ ਕੀ ਆ, ਤੁਹਾਡਾ ਕਿੱਥੋਂ ਤੁਸੀਂ ਆਏ ਹੋ। ਜਦ ਕਿਸੇ ਨੂੰ ਮਦਦ ਚਾਹੀਦੀ ਆ, ਅਸੀਂ ਹਾਜ਼ਰ ਹੁੰਦੇ ਆ ਐਜ਼ ਹੈਲਥ ਪ੍ਰੋਫੈਸ਼ਨਲਸ। ਰਾਈਟ। ਪਰ ਅੱਜ ਕੱਲ੍ਹ ਕੀ ਹੋ ਰਿਹਾ ਕਿ ਇਟ ਡਜ਼ਨਟ ਮੈਟਰ ਕਿ ਤੁਸੀਂ ਕਿਹੜੀ ਬੈਕਗਰਾਉਂਡ ਤੋਂ ਆ, ਕਰੀਅਰ ਵਾਈਜ਼ ਚਾਹੇ ਔਰ ਈਵਨ ਬੈਕਗਰਾਉਂਡ ਵਾਈਜ਼ ਤੁਹਾਡੀ ਫੈਮਿਲੀ ਕਿੱਥੋਂ ਆ, ਕੀ ਆ, ਡਜ਼ਨਟ ਮੈਟਰ। ਤੁਸੀਂ ਇੱਥੋਂ ਦੇ ਜੰਮ ਪਾਲਾਂ, ਤੁਸੀਂ ਬਾਹਰੋਂ ਆਏ ਹੋ। ਕੀ ਹੋ ਰਿਹਾ ਕਿ ਹਰੇਕ ਗੱਲ ਨੂੰ ਲੈ ਕੇ ਜਿਹੜੀ ਆਪਣੀ ਫੋਰਨ ਇੰਟਰਫੀਅਰੈਂਸ ਹੋ ਰਹੀ ਆ, ਉਸ ਦੇ ਮੁਤਾਬਕ ਚੱਲ ਰਿਹਾ ਕੰਮ। ਸੋ ਜਿਹੜੇ ਤਾਂ ਹੈਗੇ ਆ ਖਾਲਿਸਤਾਨ ਬਲੀਵਰਸ, ਉਹਨਾਂ ਨੇ ਤੁਹਾਨੂੰ ਲੇਬਲ ਕਈ ਇੰਡੀਅਨ ਏਜੰਟ ਤਾਂ ਲਾ ਦਿੰਦੇ ਆ। ਰਾਈਟ। ਜਿਹੜੇ ਇੰਡੀਅਨ ਏਜੰਟ ਹੈਗੇ ਨੇ ਉਹ ਤੁਹਾਨੂੰ ਖਾਲਿਸਤਾਨ ਬਣਾ ਦਿੰਦੇ ਆ। ਹੁਣ ਇਹ ਕੌਣ ਕਰ ਰਿਹਾ, ਕਿੱਥੋਂ ਕਰ ਰਿਹਾ, ਪਿੱਛੋਂ ਜਿੱਥੋਂ ਵੀ ਹੋ ਰਿਹਾ, ਉਹ ਬੰਦੇ ਤਾਂ ਅੱਗੇ ਨਹੀਂ ਆ ਰਹੇ। ਰਾਈਟ। they're doing it through other people and ਜਿਹੜੀ ਆਮ ਜਨਤਾ we fall for that। ਪਰ ਉਸ ਦੇ ਵਿੱਚ ਦਰਾਰਾਂ ਕਮਿਊਨਿਟੀਜ਼ ਪੈਣੀਆਂ ਸ਼ੁਰੂ ਹੋ ਗਈਆਂ। ਹਾਂਜੀ, ਬਿਲਕੁਲ। ਮੈਂ ਚਾਹਾਂਗਾ ਕਿ ਜਦੋਂ ਤੁਸੀਂ ਕੰਜ਼ਰਵੇਟਿਵ ਪਾਰਟੀ ਵਾਸਤੇ ਖਲੋਤੇ ਤੇ ਤੁਸੀਂ ਫਿਰ ਵਿਡਰਾਅ ਕੀਤਾ ਸੀ, ਉਸ ਸਮੇਂ ਕੀ ਹੋ ਗਿਆ ਸੀ? ਕਿਉਂ ਤੁਹਾਨੂੰ ਇੰਨਾ ਟਰੋਲ ਕੀਤਾ ਗਿਆ? ਜਦ ਕਿ ਕੀ ਤੁਹਾਡੀ ਕੋਈ ਅਲਾਈਨਮੈਂਟ ਸੀ ਕਿਸੇ ਇੱਕ ਪਾਰਟੀਕੂਲਰ ਗਰੁੱਪ ਨਾਲ? ਨਹੀਂ ਜੀ, ਮੇਰੀ ਅਲਾਈਨਮੈਂਟ ਨਹੀਂ ਸੀ। ਜਸਟ ਏਦਾਂ ਸੀਗਾ ਕਿ ਐਜ਼ ਅਗੇਨ ਅ ਹਿਊਮੈਨਿਟੇਰੀਅਨ ਐਂਡ ਸਮਬਡੀ ਹੂਜ਼ ਬੀਨ ਹੈਲਪਿੰਗ ਔਨ ਮੈਨੀ ਪੋਲੀਟੀਕਲ ਕੈਂਪੇਨਸ, ਜੀ। ਤੇ ਨਾਲ ਦੀ ਨਾਲ ਇੱਥੋਂ ਦੀ ਜੰਪਾਲ ਕਰਕੇ ਐਜ਼ ਅ ਨਰਸ ਆਮ ਵੈਰੀ ਸੋਸ਼ਲ। ਮੈਂ ਹਰੇਕ ਨਾਲ ਵਰਤਦੀ ਹਾਂ। ਐਂਡ ਸੋ ਉਸ ਦੇ ਨਾਲ ਜੋ ਫੋਟੋਜ਼ ਤੁਹਾਡੀਆਂ ਸੋਸ਼ਲ ਮੀਡੀਆ ਤੇ ਹੁੰਦੀਆਂ ਪ੍ਰੀਵੀਅਸ ਹੁਣ ਵਾਲੀਆਂ, ਉਹ ਸਾਰੀਆਂ ਸਰਚ ਕਰਕੇ ਫਿਰ ਤੁਹਾਡਾ ਉਹ ਲੇਬਲ ਲਗਾ ਰਹੇ ਨੇ। but they don't see you communicate with everyone ਵੀ ਤੁਸੀਂ ਤਾਂ ਸੇਮ ਸਾਰਿਆਂ ਨੂੰ ਰੱਖ ਰਹੇ ਹੋ ਇਕੁਅਲ ਲੈਵਲ ਤੇ। ਪਰ ਉਹ ਕੀ ਕਰਦੇ ਆ, ਉਹ ਪਿਕ ਐਂਡ ਚੂਜ਼ ਕਰ ਕਰਕੇ ਤੁਹਾਨੂੰ ਲੇਬਲ ਲਗਾ ਰਹੇ ਨੇ ਤਾਂ ਕਿ ਤੁਸੀਂ ਅੱਗੇ ਨਾ ਵੱਧ ਸਕੋ। ਰਾਈਟ, they pull back your legs। ਜੇ ਉਹ ਚਾਹੁੰਦੇ ਆ ਕਿ ਜਿਹੜੀ ਅਲਾਈਨਮੈਂਟ ਆ ਸਾਡੇ ਨਾਲ ਨਹੀਂ ਹੈਗੀ ਪੂਰੀ ਤਰ੍ਹਾਂ, ਤਾਂ ਫਿਰ ਇਸ ਨੂੰ ਇਸ ਤਰ੍ਹਾਂ ਅਸੀਂ ਕੱਢਿਆ ਜਾਵੇ, ਹੈ ਨਾ? ਸੋ ਬੇਸਿਕਲੀ ਚਾਹੇ ਤੁਸੀਂ ਵਾਲੰਟੀਅਰ ਕੰਮ ਕੋਈ ਕਰ ਰਹੇ ਹੋ, ਚਾਹੇ ਤੁਸੀਂ ਪੋਲਿਟਿਕਸ ਵੱਲ ਚੱਲ ਰਹੇ ਹੋ, ਚਾਹੇ ਤੁਸੀਂ ਸਾਡੇ ਵਾਂਗੂ ਹੈਲਥ ਪ੍ਰੋਫੈਸ਼ਨਲ ਹੈਗੇ ਹੋ, ਇਟ ਡਜ਼ਨਟ ਮੈਟਰ ਅੱਜ ਕੱਲ੍ਹ ਕਿੱਥੇ ਤੁਸੀਂ ਕੰਮ ਕਰ ਰਹੇ ਹੋ, ਸੇਵਾ ਕਿੱਥੇ ਹੋ ਰਹੀ ਹੈ ਤੁਹਾਡੀ, ਪਰ ਤੁਹਾਡੇ ਤੇ ਇੱਕ ਤਰ੍ਹਾਂ ਦਾ ਲੇਬਲ ਲੱਗਿਆ ਜਾਂਦਾ। ਰਾਈਟ। ਆਈਡੀਓਲੋਜੀਜ਼ ਹਰ ਕਿਸੇ ਦੀਆਂ ਵੱਖਰੀ ਵੱਖਰੀ ਹੈਗੀਆਂ ਨੇ ਜੀ, ਮੁਬਾਰਕ ਉਹਨਾਂ ਨੂੰ, ਕਿਉਂਕਿ ਫਰੀडम ਹੈਗੀ ਇਸ ਦੇਸ਼ ਦੇ ਵਿੱਚ, ਤੁਸੀਂ ਕਿਸੇ ਵੀ ਚੀਜ਼ ਬਿਲੀਵ ਕਰ ਸਕਦੇ ਹੋ। ਪਰ ਇਹ ਜਿਹੜੇ ਲੋਕ ਨੇ ਜਾਂ ਜਿਹੜੀਆਂ ਪਾਵਰਸ ਇਹ ਸਭ ਕੁਝ ਕਰ ਰਹੀਆਂ ਨੇ, ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਹੈ, ਕਿਸੇ ਵੀ ਚੀਜ਼ ਨੂੰ ਫੈਬਰੀਕੇਟ ਵੀ ਕੀਤਾ ਜਾ ਸਕਦਾ ਹੈ। ਹਾਂ, ਕਈ ਵਾਰੀ ਸੱਚਾਈ ਵੀ ਹੁੰਦੀ ਹੈ, ਪਰ ਕਈ ਵਾਰੀ ਤੋੜ ਮਰੋੜ ਕੇ ਪੇਸ਼ ਕਰ ਦਿੱਤਾ ਜਾਂਦਾ, ਤੇ ਲੋਕ ਜਿਹੜੇ ਨੇ ਇਰਰਿਸਪੈਕਟਿਵ ਕਿਸੇ ਵੀ ਆਈਡੀਓਲੋਜੀ ਨਾਲ ਜੁੜੇ ਉਹਨੂੰ ਬਿਨਾਂ ਜਾਂਚ ਕੀਤੇ ਹੋਏ ਉਸ ਚੀਜ਼ ਨੂੰ ਬਿਲੀਵ ਕਰਨਾ ਸ਼ੁਰੂ ਕਰ ਦਿੰਦੇ ਨੇ। ਹਾਂਜੀ। ਸੋ ਤੁਹਾਡੇ ਕੇਸ ਵਿੱਚ ਵੀ ਕੁਝ ਐਸਾ ਹੀ ਹੋਇਆ ਸੀ ਜੀ ਕਿ ਤੁਹਾਨੂੰ ਕਿਉਂ ਇੰਨਾ ਹੋ ਗਿਆ ਕਿ ਤੁਹਾਨੂੰ ਫਿਰ ਵਿਡਰਾਅ ਕਰਨਾ ਪੈ ਗਿਆ ਇਸ ਵਾਸਤੇ? ਹਾਂਜੀ, ਵੈਲ ਇੱਕ ਤਾਂ ਆਪਣੇ ਹੋਰ ਇਸ਼ੂਜ਼ ਵੀ ਉਸ ਵੇਲੇ ਚੱਲਦੇ ਸੀ ਕਿ PCU ਜੁਆਇੰਟ ਕੰਜ਼ਰਵੇਟਿਵਸ, ਹੈ ਨਾ? ਉਹ ਵੀ ਰੌਲਾ ਪੈ ਰਿਹਾ ਸੀ ਕਿ ਕਿਹੜੇ ਕੈਂਡੀਡੇਟ ਨੇ ਰਹਿਣਾ, ਕਿਹੜੇ ਨਹੀਂ। ਸੋ ਆਪਣੇ ਵਾਈਟ ਰੌਕ ਇੱਥੇ ਰੌਲਾ ਪੈ ਰਿਹਾ ਸੀਗਾ। ਜੀ। ਸੈਕੰਡਲੀ ਇਹ ਸੀਗਾ ਕਿ ਮੇਰਾ ਜੋ ਟਾਰਗੇਟ ਹੋ ਰਿਹਾ ਸੀ, ਜਿਹੜੇ ਵਾਈਟ ਸੁਪਰੀਮੈਸਿਸਟ ਹੈਗੇ ਨੇ, ਐਕਸਟ੍ਰੀਮ ਤੌਰ ਤੇ ਉਹ ਜਸਟ ਉਸ ਲੋਟ ਉਹਨਾਂ ਦੀ ਸੋਚ ਹੈਗੀ ਆ, ਤੇ ਦੂਸਰੇ ਤਰ੍ਹਾਂ ਹਿੰਦੂ ਆਫਤਾ ਜੋ ਆਪਾਂ ਕਹਿੰਦੇ ਹਾਂ ਐਕਸਟ੍ਰੀਮ ਹਿੰਦੂ ਰਾਈਟ। ਤੌਰ ਤੇ, they were both targeting me। ਸੋ ਰਲ ਕੇ ਕਰ ਰਹੇ ਸੀਗੇ, ਇਸ ਲੋਟ ਦਿਖਾ ਰਹੇ ਸੀ ਕਿ she's ਖਾਲਿਸਤਾਨ, ਹੈ ਨਾ? ਖਾਲਿਸਤਾਨ believer, ਖਾਲਿਸਤਾਨੀ ਆ। And whether I believe or not, that's my own opinion। But politics ਦੇ ਵਿੱਚ ਇਹ ਗੱਲ ਲੈ ਕੇ ਆਉਣੀ, ਹੁਣ ਆਪਾਂ ਜਿਸ ਲੋਟ ਆਪਾਂ ਅੱਗੇ ਵੱਧ ਰਹੇ ਆ ਕਿ ਐਗਜ਼ੈਕਟਲੀ ਤੁਸੀਂ ਜਿਵੇਂ ਕਿਹਾ ਡਿਵੀਜ਼ਨ ਹੋ ਚੁੱਕਿਆ ਹੈਗਾ। ਇਟਸ ਨੋ ਲੋਂਗਰ ਅਬਾਊਟ ਤੁਸੀਂ ਕਿਹੜੀ ਪਾਰਟੀ ਨਾਲ ਆ, ਤੁਸੀਂ ਕਿਹੜੇ ਕੈਂਡੀਡੇਟ ਹੋ, ਤੁਹਾਡਾ ਕੀ ਬੈਕਗਰਾਉਂਡ ਆ। ਹੁਣ ਮੁੱਦਾ ਚੱਲ ਰਿਹਾ ਕਿ are you a ਖਾਲਿਸਤਾਨ believer or are you Indian agent? ਉੱਥੇ ਜਾ ਕੇ ਗੱਲ ਤੁਹਾਡੀ ਐਜ਼ ਏ ਬਰਾਊਨ ਕਲਰਡ ਪਰਸਨ, ਤੁਹਾਡੀ ਉੱਥੇ ਜਾ ਕੇ ਗੱਲ ਰੁਕ ਜਾਂਦੀ ਹੈ। ਜੇ ਤੁਸੀਂ ਪਿੱਛੋਂ ਹੈਗੇ ਹੋ ਕਿ ਮਾਈਨੋਰਿਟੀ ਗਰੁੱਪ ਚੋਂ ਇੱਦਾਂ ਆ ਰਹੇ ਹੋ, ਸਿੱਖ ਤੌਰ ਤੇ ਜਾਂ ਪੰਜਾਬੀ, ਇਹ ਨਹੀਂ ਦੇਖਿਆ ਜਾਂਦਾ ਕਿ ਤੁਸੀਂ what you believe in as a Canadian। ਰਾਈਟ। ਬਟ ਇਹ ਚੀਜ਼ ਦੁਖਿੰਦਰ ਜੀ, ਕੀ ਇਹਦਾ ਸਾਈਕੋਲੋਜੀਕਲ ਇੰਪੈਕਟ ਕੀ ਪੈ ਰਿਹਾ? ਕੀ ਤੁਹਾਡੇ ਵਰਗੇ ਵਿਅਕਤੀ ਜਿਹੜੇ ਨੇ, ਜਿਹੜੇ ਕਿ ਇਹੋ ਜਿਹੇ ਫੇਸ ਕਰ ਰਹੇ ਨੇ ਟ੍ਰੋਲਿੰਗ ਅਤੇ ਇਹੋ ਜਿਹੇ ਚੈਲੰਜਸ ਫੇਸ ਕਰ ਰਹੇ ਨੇ, ਕੀ ਇਹ ਤੁਹਾਨੂੰ ਡੈਟਰ ਨਹੀਂ ਕਰਦਾ ਫਿਰ ਕਿ ਜੀ ਮੈਂ ਅੱਗੇ ਵੀ ਜੇਕਰ ਕੋਈ ਕੰਮ ਕਰਨਾ ਹੈ ਤਾਂ ਉਹਦੇ ਵਿੱਚ ਤਾਂ ਕਿੰਤੂ ਪਰੰਤੂ ਹੋਣਾ ਹੀ ਹੋਣਾ ਹੈ? ਹਾਂਜੀ, ਸੋ ਉਹਦਾ ਕੀ ਸਾਈਕੋਲੋਜੀਕਲ ਇੰਪੈਕਟ ਪੈ ਰਿਹਾ ਤੁਹਾਡੇ ਤੇ? ਡੈਫੀਨਿਟਲੀ ਸਾਈਕੋਲੋਜੀਕਲ ਇੰਪੈਕਟ ਇਸ ਲੋਟ ਤਾਂ ਪੈਂਦਾ। ਹੁਣ ਚਲ ਆਈਮ ਪ੍ਰੀਟੀ ਥਿਕ ਸਕਿਨਡ ਤੇ ਸਟਰੋਂਗ ਹੈਗੀ ਹਾਂ, ਜੀ। ਪਰ ਜੇ ਕੋਈ ਹੋਰ ਹੋਵੇ they would definitely have mental health issues after this because anxiety ਹੋ ਜਾਂਦੀ ਹੈ ਤੁਹਾਨੂੰ ਕਿ ਹੁਣ ਮੈਂ ਜਿਹੜਾ ਵੀ ਕੋਈ ਕੰਮ ਕਰਨ ਲੱਗਣਾ ਹੈਗਾ
ਕਿ ਇਹ 'ਚ ਵੀ ਮੈਨੂੰ ਲੇਬਲ ਲੱਗੂਗਾ। ਜੀ ਜੇ ਹੁਣ ਮੈਂ ਨਰਸਿੰਗ ਵੱਲੋਂ ਹੀ ਕਰ ਰਹੀ ਹਾਂ ਜਾਂ ਮੈਂ ਵੈਸੇ ਵਾਲੰਟੀਅਰ ਬਾਹਰ ਕਰ ਰਹੀ ਹਾਂ, ਕੀ ਲੋਕ ਮੈਨੂੰ ਕਿਸ ਲੋਟ ਦੇਖਣਗੇ? ਵਿਲ ਦੇ ਹੈਵ ਟਰਸਟ ਇਨ ਮੀ? ਇੱਕ ਤਾਂ ਟਰਸਟ ਤੋੜ ਆ ਜਾਂਦਾ, ਇੱਕ ਐਂਗਜ਼ਾਇਟੀ ਵਗੈਰਾ ਵੱਧ ਜਾਂਦੀ ਹੈ ਤੁਹਾਡੀ, ਇੱਕ ਤੁਸੀਂ ਫਿਰ ਆਪਦੇ ਆਪ ਨੂੰ ਇਹ ਮਹਿਸੂਸ ਕਰਦੇ ਹੋ ਇੱਕ ਤਰ੍ਹਾਂ ਦਾ ਤੁਸੀਂ ਫੇਲ ਹੋ ਚੁੱਕੇ ਹੋ ਕੰਮ ਦੇ ਵਿੱਚ, ਜੋ ਤੁਸੀਂ ਕਰਨਾ ਚਾਹੁੰਦੇ ਸੀਗੇ ਉਹ ਗੋਲ ਤੁਹਾਡਾ ਅਚੀਵ ਨਹੀਂ ਹੋਇਆ ਹੈਗਾ, because you're not ਕਹਿ ਲਓ ਵੀ confident enough to get there, ਰਾਈਟ but it is because the labels that you are achieving at that time. Yeah. ਹਾਲ ਹੀ ਵਿੱਚ ਇੱਕ ਹੋਰ ਕੰਟਰੋਵਰਸੀ ਹੋਈ ਜਦੋਂ ਕਿ ਜੈਜ਼ੀ ਬੀ ਜਿਹੜੇ ਨੇ ਉਹ ਲੈਜਿਸਲੇਚਰ ਵਿੱਚ ਗਏ ਤੇ ਉਸ ਦੇ ਵਿੱਚ ਉਹਦੇ ਉੱਤੇ ਵੀ ਕਾਫੀ ਟ੍ਰੋਲਿੰਗ ਜਿਹੜੀ ਹੈਗੀ ਹੈ ਉਹ ਅਸੀਂ ਦੇਖਿਆ ਕਿ ਲੋਕੀ ਜਿਹਨਾਂ ਨੇ ਉਹਨਾਂ ਨੂੰ ਸਪੋਰਟ ਕੀਤੀ ਸੀ। ਇੱਕ ਮਿਊਜ਼ੀਸ਼ੀਅਨ ਹਨ ਉਹ ਕੁਝ ਵੀ ਗਾ ਰਹੇ ਨੇ ਜਾਂ ਨਹੀਂ ਗਾ ਰਹੇ ਉਹ ਇੱਕ ਵੱਖਰਾ ਮੁੱਦਾ ਹੈ, ਬਟ ਉਹਨੂੰ ਆਫਟਰ ਆਲ ਸਰਕਾਰ ਨੇ ਬੁਲਾਇਆ ਜਾਂ ਆਪੋਜੀਸ਼ਨ ਨੇ ਵੀ ਬੁਲਾਇਆ ਸੀ। ਸੋ ਜਦੋਂ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਵੀ ਟ੍ਰੋਲਿੰਗ ਸ਼ੁਰੂ ਹੋ ਜਾਂਦੀ ਹੈਗੀ ਹੈ ਤੇ ਜਿਹੜਾ ਵਿਅਕਤੀ ਜੇਕਰ ਪੋਸਟ ਪਾ ਦਿੰਦਾ ਹੈ ਤਦ ਵੀ ਉਹ ਫਸਦਾ ਹੈ, ਨਹੀਂ ਪਾਉਂਦਾ ਤਦ ਵੀ ਉਸਨੂੰ ਕਿਹਾ ਜਾਂਦਾ ਹੈ ਕਿ ਜੀ ਤੁਸੀਂ ਇੱਕ ਵੱਖਰੀ ਸੋਚ ਰੱਖਦੇ ਹੋ। ਐਂਡ ਮਿਸਾਲ ਦੇ ਤੌਰ 'ਤੇ ਡਾਕਟਰ ਗੁਲਜ਼ਾਰ ਚੀਮਾ ਦਾ ਵੀ ਅਸੀਂ ਜ਼ਿਕਰ ਕੀਤਾ ਹੈਗਾ ਹੈ। ਉਹਨਾਂ ਦੇ ਬਾਰੇ ਸਾਨੂੰ ਪਤਾ ਹੈ ਕਮਿਊਨਿਟੀ 'ਚ ਉਹ ਸਾਰੀ ਕਮਿਊਨਿਟੀ ਦੇ ਵਿੱਚ ਉਹ ਇਨਵੋਲਵਡ ਰਹਿੰਦੇ ਨੇ, ਜਿਹੜੇ ਵੀ ਕੰਮ ਹੁੰਦੇ ਨੇ ਅਤੇ ਉਹਨਾਂ ਦੇ ਉੱਤੇ ਇੱਕ ਹੋਰ ਸਟੈਂਪ ਲੱਗਦੀ ਗਈ ਜੀ ਤੁਸੀਂ ਇੰਡੀਅਨ ਸਟੇਟ ਦੇ ਨੂੰ ਫੋਲੋ ਕਰਦੇ ਹੋ। ਸੋ ਇੱਕ ਕਿਸ ਪਾਸੇ ਨੂੰ ਅਸੀਂ ਜਾ ਰਹੇ ਹਾਂ? ਕੈਨੇਡਾ ਇਸ ਤਰ੍ਹਾਂ ਪਹਿਲਾਂ ਨਹੀਂ ਹੁੰਦਾ ਸੀ, ਪਰ ਆਫ ਲੇਟ ਇਹ ਜਿਹੜਾ ਫੋਰਨ ਇੰਟਰਫੇਰੈਂਸ ਦੇ ਮੁੱਦੇ ਨੇ ਉਹਨਾਂ ਨੇ ਕਮਿਊਨਿਟੀਜ਼ ਦੇ ਵਿੱਚ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਉਭਾਰਤਾ ਹੈ ਤੇ ਜਿਹੜੇ ਟ੍ਰੋਲਰਸ ਨੇ ਸ਼ਾਇਦ ਉਹ ਇਸ ਦਾ ਬੈਨੀਫਿਟ ਲੈ ਰਹੇ ਨੇ। ਹਾਂਜੀ, ਬਿਲਕੁਲ ਇਸੇ ਲੋਟ ਹੋ ਰਿਹਾ ਹੈਗਾ ਕਿਉਂਕਿ ਜਿਹੜੇ ਟ੍ਰੋਲਿੰਗ ਕਰ ਰਹੇ ਆ ਤੁਹਾਨੂੰ ਉਹ ਇੱਕ ਤਰ੍ਹਾਂ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ। ਦੇ ਟਰਾਈ ਟੂ ਇਨਸਟਿਲ ਫੀਅਰ ਇਨ ਯੂ, ਹੈਨਾ? ਜਾਂ ਫਿਰ ਗਲਤ ਫਲਤ ਤੁਹਾਨੂੰ ਬੋਲਦੇ ਹੈਗੇ ਨੇ, ਜੀ ਐਂਡ ਯੂਰ ਰੈਪੂਟੇਸ਼ਨ ਟੈਂਡਸ ਟੂ ਗੋ ਡਾਊਨ ਬਿਕਾਜ਼ ਆਫ ਇਟ। ਹੁਣ ਜਿਸ ਤਰ੍ਹਾਂ ਆਪਾਂ ਦੇਖੀਏ ਕਿ ਜੈਜ਼ੀ ਬੀ, ਹੀ ਇਜ਼ ਵਰਲਡ ਵਾਈਡ ਗਲੋਬਲ ਅਵਾਰਡ ਵਿਨਰ, ਰਾਈਟ ਤੇ ਉਸਨੂੰ ਕਿਸ ਤਰ੍ਹਾਂ ਥੱਲੇ ਲਾ ਰਹੇ ਨੇ। ਐਂਡ ਦੈਨ ਦੂਸਰੇ ਪਾਸੇ ਆਪਾਂ ਡਾਕਟਰ ਗੁਲਜ਼ਾਰ ਚੀਮਾ ਵੱਲ ਨੂੰ ਦੇਖੀਏ ਤਾਂ ਅਗੇਨ ਜਿਵੇਂ ਤੁਸੀਂ ਕਹਿੰਦੇ ਆ ਲਾਈਕ ਮਾਈਸੈਲਫ ਹੀ ਇਜ਼ ਬੀਨ ਇਨ ਦ ਕਮਿਊਨਿਟੀ ਇਨਵੋਲਵ ਫॉर ਅ ਲੌਂਗ Right. ਟਾਈਮ and people know him, and ਕੀ ਇਹ labels ਸੱਚ ਨੇ? That's what we need to get to the bottom of, is that why are we putting labels on people when you know ਜੋ fact ਹੈਗੇ ਨੇ, unless it's a factual information that somebody has, ਰਾਈਟ that's different. But ਜੇ ਤੁਸੀਂ ਉਦਾਂ ਹੀ ਕਿ ਇਹ ਇਸ ਬੰਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ ਤੇ ਹੁਣ ਅਸੀਂ ਇਹ ਤੇ ਲੇਬਲ ਲਾ ਦਈਏ, Right. ਰਾਈਟ? ਜਾਂ ਇਹਦੇ ਨਾਲ ਫੋਟੋ ਖਿੱਚੀ ਹੈ ਤਾਂ ਇਹ ਤੇ ਲੇਬਲ ਲਾ ਦਈਏ। ਹੁਣ ਕਮਿਊਨਿਟੀ ਦੇ ਵਿੱਚ ਤਾਂ ਆਪਾਂ ਵਰਤਣਾ, ਬਿਲਕੁਲ ਜੀ ਸਭ we have to, especially in Canada. ਰਾਈਟ ਇਸ ਲੋਤੀ ਆਪਣੀ ਕੰਟਰੀ ਹੈਗੀ ਆ ਕਿ ਇੱਥੇ ਇੱਕ ਦੂਸਰੇ ਦੀ ਲੋੜ ਪੈਂਦੀ ਰਹਿੰਦੀ ਹੈ, ਜਾਂ ਫਿਰ we have to do lots of networking for our businesses or other things. ਇਹਦੇ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਜੇ ਗੱਲਬਾਤ ਕਰ ਰਹੇ ਹਾਂ ਕਿਸੇ ਨਾਲ ਜਾਂ ਫੋਟੋ ਖਿਚਾ ਲਈ ਜਾਂ ਵੀ ਉਹਨੂੰ ਚੱਕ Can you support that ideology or you are in favor of that or 100% against that? Yeah. 100% ਆਪਣੀ ਸੋਚ ਡਿਫਰੈਂਟ ਹੋ ਸਕਦੀ ਆ। ਜੀ। ਹੁਣ ਮੈਂ ਤੁਹਾਡੇ ਕੋਲ ਬੈਠੀ ਆ, ਆਪਣੀ ਸੋਚ ਕੰਪਲੀਟਲੀ ਡਿਫਰੈਂਟ ਹੋ ਸਕਦੀ ਆ। Right. ਇਟ ਡਜ਼ਨਟ ਮੀਨ ਕਿ ਵੀ ਥਿੰਕ ਅਲਾਈਕ, ਪਰ ਲੋਕ ਇਸ ਨੂੰ ਲੈ ਕੇ ਇਹ ਦਿਖਾ ਰਹੇ ਨੇ ਕਿ ਇਹ ਸਰਟਨ ਪਰਸਨ ਨਾਲ ਸੀ, that means they're like that. Right. But ਜੇ ਆਪਾਂ ਆਪਦੀ ਸਿੱਖੀ ਵੱਲ ਦੇਖੀਏ, ਗੁਰੂਆਂ ਵੱਲ ਦੇਖੀਏ, ਜੀ we've always been people that are supposed to associate with everyone. ਜੀ And even ਜੇ ਆਪਾਂ ਇੰਡੀਆ ਨੂੰ ਲੈ ਕੇ ਦੇਖੀਏ ਓਵਰਆਲ, ਹੁਣ ਪੰਜਾਬ ਦੇ ਵਿੱਚ ਕੀ ਹਿੰਦੂ ਨਹੀਂ ਰਹਿੰਦੇ ਉੱਥੇ, ਜਾਂ ਦਿੱਲੀ ਵਿੱਚ ਕੀ ਪੰਜਾਬੀ ਨਹੀਂ ਰਹਿੰਦੇ ਹੈਗੇ? ਰਾਈਟ So people aren't understanding ਕਿ even ਆਪਣੇ ਗੁਰਦੁਆਰੇ ਸਾਹਿਬ ਵੀ world wide ਹੈਗੇ ਨੇ। ਜੀ So ਕੀ ਆਪਾਂ ਇਸ ਮੁੱਦਿਆਂ ਨੂੰ ਲੈ ਕੇ can we create division? No, it's ਬਿਲਕੁਲ। absolutely hard. ਐਬਸੋਲੂਟਲੀ ਰਾਈਟ। ਮੰਦਿਰਾਂ 'ਚ ਸਰਦਾਰ ਜਾਂਦੇ ਨੇ, ਗੁਰਦੁਆਰਿਆਂ 'ਚ ਹਿੰਦੂ ਆਉਂਦੇ ਨੇ। ਸਾਂਝੀਵਾਲਤਾ ਦਾ ਮੈਸੇਜ ਜਿਹੜਾ ਗੁਰੂ ਨੇ ਦਿੱਤਾ ਉਹ ਡਿਪਿਕਟ ਹੁੰਦਾ ਸਾਡੇ ਇਹਨਾਂ ਧਾਰਮਿਕ ਸਥਾਨਾਂ ਦੇ ਵਿੱਚ। ਹਾਂਜੀ। ਸਿਮਿਲਰਲੀ ਮੀਡੀਆ ਦਾ ਵੀ ਇਹ ਹਾਲ ਹੈ ਕਿ ਜੇਕਰ ਖਾਸ ਤੌਰ 'ਤੇ ਕੈਨੇਡਾ 'ਚ ਅਸੀਂ ਦੇਖਦੇ ਹਾਂ ਕਿ ਜੇਕਰ ਤੁਸੀਂ ਕੋਈ ਗੱਲ ਕਰਦੇ ਹੋ ਤੇ ਉਹ ਕਿਸੇ ਦੇ ਹੱਕ 'ਚ ਨਹੀਂ ਆਉਂਦੀ ਤਾਂ ਤੁਹਾਡੇ ਕਮੈਂਟਸ ਦੇ ਵਿੱਚ ਤੁਹਾਡੇ 'ਤੇ ਵੀ ਸਟੈਂਪ ਲੱਗ ਜਾਂਦੀ ਹੈ, ਜਦ ਕਿ ਤੁਸੀਂ ਐਨਾਲਾਈਜ਼ ਨਹੀਂ ਕਰਦੇ ਕਿ ਇੱਕ ਪਰਸਪੈਕਟਿਵ ਹੈਗਾ ਕਿਸੇ ਦਾ ਜਿਸ ਨੂੰ ਕਿ ਤੁਸੀਂ ਲੈ ਕੇ ਆ ਰਹੇ ਹੋ। ਹਾਂਜੀ। ਸੋ ਇਹ ਜੋ ਜਿਸ ਪਾਸੇ ਨੂੰ ਜਾ ਰਹੇ ਹੋ, ਕਿਵੇਂ ਇਹ ਸੋਚ ਬਦਲ ਸਕਦੀ ਹੈ? ਜੇ ਨਾ ਬਦਲੀ ਤੇ ਇਹਦੇ ਕੀ ਰੈਮੀਫਿਕੇਸ਼ਨਸ ਹੋਣਗੇ? ਹਾਂਜੀ, ਡੈਫੀਨਿਟਲੀ ਇਹ ਸੋਚ ਨੂੰ ਆਪਾਂ ਨੂੰ ਇਹ ਲੈ ਕੇ ਚੱਲਣਾ ਚਾਹੀਦਾ। ਐਵਰੀਬਡੀ ਹੈਜ਼ देयर ਓਨ ਓਪੀਨੀਅਨ, ਜੀ। ਹੈਨਾ? ਤੁਸੀਂ ਕਿਸੇ ਨੂੰ ਫੋਰਸਫੁਲੀ ਨਹੀਂ ਕਹਿ ਸਕਦੇ ਕਿ ਇਸ ਨੂੰ ਤੁਸੀਂ ਸੋਚੋ। ਰਾਈਟ ਹੁਣ ਜਿਹੜੇ ਤਾਂ ਖਾਲਿਸਤਾਨ ਦੇ ਫੇਵਰ ਵਿੱਚ ਹੈਗੇ ਨੇ, because they have their own sort of ideology behind it, it's because of maybe trauma they've been through, or they see ਕਿ ਸਾਡੇ ਨਾਲ ਕਹਿ ਲਓ ਵੀ ਇੱਕ ਤਰ੍ਹਾਂ ਦੀ suppression ਹੁੰਦੀ ਰਹੀ ਆ, ਜੀ ਐਂਡ ਜੋ ਆਪਣੇ ਪਿਛਲਾ ਪੰਜਾਬ ਹੁੰਦਾ ਸੀ ਅਸੀਂ ਉਸ ਲੋਟ ਮੰਗਦੇ ਆ ਜੀ between ਜੋ ਪਾਰਟੀਸ਼ਨ ਹੋਇਆ ਇੰਡੀਆ ਤੇ ਉਹ ਪਾਕਿਸਤਾਨ ਦਾ। ਹੁਣ ਜੇ if we compare it to Canada, Quebec is similar.
Quebec has always been a province that has wanted separatism, ਹੂੰ but ਉਹ ਹੋਇਆ ਨਹੀਂ ਕਿਉਂਕਿ we try to unite people, ਹੈ ਨਾ? ਜੀ ਤੇ ਜਿਹੜੀ ਆਪਣੀ ਦੂਸਰੇ ਪਾਸੇ ਸੋਚ ਹੈਗੀ ਆ ਕਿ ਇੰਡੀਅਨ ਏਜੰਟ ਵੱਲੋਂ ਜੇ ਆਪਾਂ ਲਾਈਏ ਕਿ ਦੋਸ਼ ਇਹ ਲੱਗਦੇ ਹੈਗੇ ਨੇ ਕਿ ਜੋ ਇੰਡੀਅਨ ਏਜੰਟ ਹੈਗੇ ਨੇ they are assassinating or they are high level playing these kind of games. ਉਹ ਵੀ dangerous ਹੈਗਾ, so we have to tread carefully, yes, because ਆਪਾਂ ਇਹ ਨਹੀਂ ਮੰਗਦੇ ਵੀ ਕੋਈ ਮਰੇ ਜਾਂ ਮਰਵਾਵੇ, ਬਿਲਕੁਲ right? ਬਿਲਕੁਲ ਆਪਾਂ ਇਹ ਨਹੀਂ ਚਾਹੁੰਦੇ ਹੈਗੇ, ਪਰ ਆਪਾਂ ਇਹ ਵੀ ਚਾਹੁੰਦੇ ਆ ਕਿ ਕਿਸ ਲੋਟ ਆਪਣੀ ਯੂਨਾਈਟਿਡ ਫਰੰਟ ਤੇ ਕਿਸ ਲੋਟ ਆਪਾਂ having our own opinions still be able to live in the society. ਰਾਈਟ Yeah. ਸੋ ਟੂ ਕਾਲ ਅ ਸਪੇਡ ਇਹ ਤੁਹਾਡੇ ਕੋਲ ਅਧਿਕਾਰ ਹੋਣਾ ਚਾਹੀਦਾ ਹੈ ਕਿ ਯੈਸ ਗਲਤੀਆਂ ਜਿਹੜੇ ਪਾਸੋਂ ਵੀ ਹੋ ਰਹੀਆਂ ਨੇ ਉਹ ਬਾਹਰ ਹੋਣ ਡਿਸਕਸ਼ਨਸ ਹੋਣ ਕਿਉਂਕਿ ਜਦ ਤੱਕ ਡਿਸਕਸ਼ਨਸ ਨਹੀਂ ਹੋਣਗੀਆਂ ਇਹਨਾਂ ਮੁੱਦਿਆਂ ਦੇ ਉੱਤੇ ਤਦ ਤੱਕ ਤੁਸੀਂ ਸੋਲੂਸ਼ਨਸ ਨਹੀਂ ਲੱਭ ਸਕਦੇਗੇ ਬਿਕਾਜ਼ ਦੋਨੋਂ ਪੱਖ ਜਿਹੜੇ ਹੈਗੇ ਨੇ ਉਹ ਆਪਣੇ ਆਪਣੇ ਵਿਊ ਪੁਆਇੰਟਸ ਉੱਤੇ ਹੀ ਅੜੇ ਰਹਿਣਗੇ And ਯੈਸ ਦੋਨੋਂ ਪੱਖੋਂ ਦੋਨੋਂ ਪਾਸਿਆਂ ਦੀ ਸੋਚ ਵੱਖਰੀ ਹੈਗੀ ਲੇਕਿਨ ਇੱਕ ਯੂਨਾਈਟਿਡ ਫਰੰਟ ਤਾਂ ਇਹੀ ਹੈ ਨਾ ਕਿ ਜੀ ਤੁਸੀਂ ਬੈਠ ਕੇ ਵਿਚਾਰ ਕੇ ਇਹਨਾਂ ਦੇ ਸੋਲੂਸ਼ਨਸ ਲੱਭਣ ਦੀ ਕੋਸ਼ਿਸ਼ ਕਰੋ ਕਿ ਜੀ ਤੁਸੀਂ ਕੈਨੇਡਾ ਵਰਗੇ ਮੁਲਕ ਵਿੱਚ ਜਿੱਥੇ ਰਹਿ ਰਹੇ ਹੋ ਇੱਥੇ ਜੇਕਰ ਤੁਹਾਨੂੰ ਅਧਿਕਾਰ ਮਿਲਿਆ ਹੈਗਾ ਹੈ, ਉਸ ਦਾ ਦੁਰਉਪਯੋਗ ਨਾ ਹੋਏ ਪਰ ਐਟਲੀਸਟ ਇੱਕ ਕਾਮਨ ਪਲੇਟਫਾਰਮ ਤਾਂ ਕ੍ਰੀਏਟ ਕੀਤਾ ਜਾ ਸਕਦਾ ਹਾਂਜੀ ਬਿਲਕੁਲ 100% ਕਿਉਂਕਿ ਇੱਥੇ ਮਲਟੀਕਲਚਰਲਿਜ਼ਮ ਚੱਲਦਾ। ਇਹ ਤਾਂ ਹੈ ਨਹੀਂਗਾ ਕਿ ਇਕੱਲਾ ਇੰਡੀਆ ਜਾਂ ਪੰਜਾਬ ਲੈ ਕੇ ਆਪਾਂ ਇੱਥੇ ਦੇ ਮੁੱਦੇ ਖੜੇ ਕਰੀਏ because we have multiple different countries that are involved in Canada. ਐਂਡ ਕੋਈ ਰੈਫਿਊਜੀ ਤੌਰ ਤੇ ਆ ਰਿਹਾ, ਕੋਈ ਸਟੂਡੈਂਟ ਬੇਸ ਤੇ ਆ ਰਿਹਾ, ਕੋਈ ਚਿਰਾਂ ਦੇ ਇੱਥੇ ਰਹਿ ਰਹੇ ਨੇ, ਕੋਈ ਕਿੰਨੀ ਜਨਰੇਸ਼ਨਸ ਤੋਂ ਇੱਥੇ ਰਹਿ ਰਹੇ ਨੇ। ਹੁਣ ਆਪਾਂ ਈਵਨ ਕਾਮਾਗਾਟਾ ਮਰੂ ਜਾਂ ਗੁਰੂ ਨਾਨਕ ਜਹਾਜ਼ ਦੀ ਜੀ ਉਹ ਲੈ ਕੇ ਆਈਏ, ਉਹ ਦਿਨਾਂ 'ਚ ਕਿੰਨੇ ਉਹਨਾਂ ਨੇ ਸਫਰ ਕਰਕੇ ਇਸ ਇਮੀਗ੍ਰੇਸ਼ਨ ਨੂੰ ਪਾਥਵੇ ਦਿੱਤਾ ਸੀਗਾ। ਐਂਡ ਸੋ ਆਪਾਂ ਉਹ ਚੀਜ਼ਾਂ ਤਾਂ ਯਾਦ ਨਹੀਂ ਰੱਖਦੇ। what we're doing is taking the issues of today ਰਾਈਟ and creating divisions. ਪਰ ਜੇ ਆਪਾਂ ਹੁਣ ਉਹਨਾਂ ਵੱਲ ਦੇਖੀਏ they went through a lot, suffered a lot just so that ਆਪਣੇ ਵਰਗੇ ਇੱਥੇ ਰਹਿ ਸਕਦੇ ਆ। ਰਾਈਟ ਬਿਲਕੁਲ So we really need to respect that Mhm. and going forward ਆਪਾਂ ਨੂੰ ਇਹ ਸੋਚ ਰੱਖਣੀ ਚਾਹੀਦੀ ਆ ਕਿ ਜੇ ਆਪਾਂ ਨੂੰ ਇਹ ਮੌਕਾ ਮਿਲਿਆ ਹੈਗਾ ਕੈਨੇਡਾ ਦੇ ਵਿੱਚ ਰਹਿਣ ਦਾ, then we need to really not only appreciate it, ਆਪਾਂ ਨੂੰ thankful ਵੀ ਹੋਣਾ ਚਾਹੀਦਾ ਹੈਗਾ, ਸ਼ੁਕਰਾਨਾ ਕਰਨਾ ਚਾਹੀਦਾ, ਪਰ at the same time ਆਪਾਂ ਨੂੰ respect ਵੀ ਚਾਹੀਦੀ ਆ। ਹਰੇਕ ਕਲਚਰ ਨੂੰ ਰਿਸਪੈਕਟ ਕਰੋ। ਜੀ That was what Canada was about. ਰਾਈਟ ਅੱਗੇ ਜਦੋਂ ਅਸੀਂ grow up ਹੋ ਰਹੇ ਸੀ ਇੱਥੇ ਹਰੇਕ ਦੀ ਰਿਸਪੈਕਟ ਸੀ ਇਸ ਲੋਟ। ਰੇਸਿਜ਼ਮ ਜ਼ਰੂਰ ਸੀਗਾ ਐਂਡ ਰੇਸਿਜ਼ਮ ਤਾਂ ਚੱਲਦਾ ਹੀ ਆਇਆ, ਉਹ ਤਾਂ ਵਰਲਡ ਵਾਈਡ ਹੈਗਾ। ਐਂਟੀ ਰੇਸਿਜ਼ਮ ਦੇ ਮੁੱਦੇ ਜੋ ਹੈਗੇ ਨੇ I do believe they are making a difference ਐਂਡ ਗਾਹਾਂ ਵਾਸਤੇ ਵੀ ਇਦਾਂ ਦਾ ਚਾਹੀਦੇ ਹੈਗੇ ਆਪਾਂ ਨੂੰ ਐਂਟੀ ਰੇਸਿਜ਼ਮ ਦੇ ਜੋ ਆਪਾਂ ਸਾਥ ਦੇ ਸਕਦੇ ਹਾਂ ਤਾਂ ਕਿ ਰੇਸਿਜ਼ਮ ਵੀ ਘਟੇ ਇੱਥੇ। ਬਟ ਜਿਹੜੀ ਹੈਗੀ ਆ ਗੱਲ ਕਿ ਯੂਨਾਈਟਿਡ ਫਰੰਟ ਰਾਈਟ ਉਹ ਅੱਜ ਕੱਲ੍ਹ ਘਟਦੀ ਜਾ ਰਹੀ ਹੈ ਕੈਨੇਡਾ ਦੇ ਵਿੱਚ। ਅੱਗੇ ਮਲਟੀਕਲਚਰਲ ਤੌਰ ਤੇ ਬੱਚੇ ਦੇਖ ਰਹੇ ਹੁੰਦੇ ਸੀਗੇ as we were growing up, we saw so many different cultures come in. ਸਾਨੂੰ ਬਹੁਤ ਚੰਗਾ ਲੱਗਦਾ ਹੁੰਦਾ ਸੀਗਾ ਕਿ ਹਰੇਕ ਕਲਚਰ ਦੇ ਬਾਰੇ ਅਸੀਂ ਸਿੱਖਣਾ, ਹਰੇਕ ਰਿਲੀਜਨ ਦੇ ਬਾਰੇ ਸਿੱਖਣਾ, ਜੀ ਹਰੇਕ ਬੰਦੇ ਨੂੰ ਜਾਣਨਾ ਕਿ ਇਹ ਕਿੱਥੋਂ ਆਏ ਨੇ, what's their background. ਪਰ ਅੱਜ ਕੱਲ੍ਹ ਉਹ ਚੀਜ਼ਾਂ ਘਟ ਰਹੀਆਂ ਨੇ and we're noticing just these factors of foreign interference and division and all of that. Yeah. ਵੈਲ ਜਿੱਥੇ ਰਾਈਟਸ ਨੇ ਉਹਦੇ ਨਾਲ ਰਿਸਪੌਂਸਿਬਿਲਿਟੀਜ਼ ਵੀ ਹੈਗੀਆਂ ਨੇ ਤੇ ਡੈਫੀਨਿਟਲੀ ਜਿੱਥੇ ਅਸੀਂ ਰਾਈਟਸ ਐਕਸਰਸਾਈਜ਼ ਕਰਨੇ ਪਰ ਨਾਲ ਆਪਣੀ ਰਿਸਪੌਂਸਿਬਿਲਿਟੀ ਜਿਹੜੀ ਉਹ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਇੱਕ ਚੰਗਾ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਹਾਂਜੀ ਬਿਲਕੁਲ ਜੀ। ਬੜਾ ਬਹੁਤ ਬਹੁਤ ਧੰਨਵਾਦ ਜੀ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ। ਥੈਂਕ ਯੂ ਫॉर ਯਰ ਟਾਈਮ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਅੱਛਾ। ਸਾਰਿਆਂ ਨੂੰ। ਹਾਂਜੀ। ਸੋ ਜਿਸ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕੀਤੀ ਜੀ ਮਕਸਦ ਇਹ ਹੈਗਾ ਕਿ ਜੋ ਡਿਵੀਜ਼ਨ ਕੈਨੇਡਾ ਵਿੱਚ ਵੱਧ ਰਹੀ ਹੈ ਕੋਈ ਚੰਗੀ ਗੱਲ ਨਹੀਂ ਹੈਗੀ। ਹੋਪਫੁਲੀ ਬੈਟਰ ਸੈਂਸ ਪ੍ਰਵੇਲ ਹੋਵੇ ਅਤੇ ਲੋਕਾਂ ਦੇ ਵਿੱਚ ਜਿਹੜੀ ਇਹ ਤਰੇੜਾਂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੁਝ ਇੰਸਟੀਟਿਊਸ਼ਨਸ ਵੱਲੋਂ, ਕੁਝ ਸੰਸਥਾਵਾਂ ਵੱਲੋਂ, ਕੁਝ ਲੋਕਾਂ ਵੱਲੋਂ, ਇਹਦੇ ਬਾਰੇ ਲੋਕ ਜਾਗਰਤ ਹੋਣ ਕਿ ਓਪੀਨੀਅਨ ਦੇਣਾ ਕਿਸੇ ਚੀਜ਼ ਉੱਤੇ ਇਸਦਾ ਇਹ ਮਤਲਬ ਨਹੀਂ ਹੈਗਾ ਕਿ ਤੁਹਾਡੀ ਵੀ ਸੋਚ ਉਸ ਨਾਲ ਮਿਲਦੀ ਹੈਗੀ ਹੈ ਕਿਉਂਕਿ ਡਿਫਰੈਂਸ ਆਫ ਓਪੀਨੀਅਨ ਜਿਹੜਾ ਹਰ ਕਿਸੇ ਦਾ ਹੁੰਦਾ ਹੈ ਪਰ ਉਸ ਨਾਲ ਜੇਕਰ ਕਿਸੇ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਜਾਏ ਤੇ ਉਸ ਦਾ ਇੰਪੈਕਟ ਜਿਹੜਾ ਉਸਦੀ ਜ਼ਿੰਦਗੀ ਤੇ ਪੈਣਾ ਸ਼ੁਰੂ ਹੋ ਜਾਏ ਤਾਂ ਇਸ ਦਾ ਮਕਸਦ ਅਤੇ ਮਤਲਬ ਹੈ ਕਿ ਸਿਚੁਏਸ਼ਨ ਸਹੀ ਪਾਸੇ ਨੂੰ ਨਹੀਂ ਜਾ ਰਹੀ। ਇਸ ਕਰਕੇ ਸੁਹਿਰਦ ਲੋਕਾਂ ਨੂੰ ਜ਼ਰੂਰ ਇਸ ਉੱਤੇ ਫੋਕਸ ਕਰਕੇ ਗੱਲਬਾਤ ਕਰਨੀ ਚਾਹੀਦੀ ਹੈਗੀ ਹੈ ਕਿ ਇਹ ਜੋ ਡਿਵੀਜ਼ਨਸ ਕੈਨੇਡੀਅਨ ਸੁਸਾਇਟੀ ਵਿੱਚ ਵੱਧਦੀਆਂ ਜਾ ਰਹੀਆਂ ਨੇ ਖਾਸ ਤੌਰ ਉੱਤੇ ਆਪਣੇ ਭਾਈਚਾਰਿਆਂ ਦੇ ਵਿੱਚ ਇਹ ਬੰਦ ਹੋਣੀਆਂ ਚਾਹੀਦੀਆਂ ਨੇ। ਐਜ਼ ਕੈਨੇਡੀਅਨ ਸਾਨੂੰ ਮਾਣ ਹੈ ਕਿ ਇੱਥੇ ਸਾਨੂੰ ਬਹੁਤ ਅਧਿਕਾਰ ਨੇ ਪਰ ਨਾਲ ਆਪਣੀ ਰਿਸਪੌਂਸਿਬਿਲਿਟੀ ਸਮਝ ਕੇ ਆਓ ਸਾਰੇ ਰਲ ਮਿਲ ਕੇ ਇਸ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ।
ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ। ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸਭ ਦਾ ਧੰਨਵਾਦ। ਮੇਰੇ ਨਾਲ ਗੱਲਬਾਤ ਕਰਨੀ ਹੋਏ ਤਾਂ 604 603 7555 604 603 7555 ਤੇ ਤੁਸੀਂ WhatsApp ਰਾਹੀਂ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਈਮੇਲ ਕਰੋ harpreetsingh@gmail.com। The purpose of this program is to educate you, empower you ਤਾਂ ਕਿ ਡਿਊ ਡਿਲੀਜੈਂਸ ਵਰਤ ਕੇ ਤੁਸੀਂ ਸਹੀ ਫੈਸਲੇ ਕਰ ਸਕੋ। ਸੋ ਉਸੇ ਦੇ ਤਹਿਤ ਵੱਖਰੇ ਵੱਖਰੇ ਮੁੱਦਿਆਂ 'ਤੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਹੈਵ ਅ ਵੰਡਰਫੁਲ ਡੇ।